ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਜੋ ਅਸੀਂ ਅਗਲੀ ਕਵਿਤਾ ਕਰਨ ਜਾ ਰਹੇ ਹਾਂ ਉਹ ਹੈ 10th ਕਲਾਸ ਦੀ ਕਵਿਤਾ ਮਾਣ ਪੰਜਾਬੀ ਦਾ, ਜੋ ਕਿ ਲਿਖੀ ਹੋਈ ਹੈ ਕੁਲਵੰਤ ਸਿੰਘ ਰਫੀਕ ਜੀ ਦੀ ਕਵਿਤਾ। ਇਸ ਕਵਿਤਾ ਵਿੱਚ ਜਿਹੜਾ ਕਵੀ ਨੇ ਪੰਜਾਬੀ ਭਾਸ਼ਾ ਨੂੰ ਇੱਜ਼ਤ ਦਿੱਤੀ ਹੈ, ਪਿਆਰ ਦਿੱਤਾ ਹੈ, ਪੰਜਾਬੀ ਭਾਸ਼ਾ ਨੂੰ ਬਹੁਤ ਜ਼ਿਆਦਾ ਸਨਮਾਨ ਦਿੱਤਾ ਹੈ ਔਰ ਜੋ ਲੋਕ ਪੰਜਾਬੀ ਭਾਸ਼ਾ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਬਾਰੇ ਦੱਸਿਆ ਹੈ। ਸੋ ਸਾਨੂੰ ਸਾਰਿਆਂ ਨੂੰ ਵੈਸੇ ਆਪਣੀ ਪੰਜਾਬੀ ਮਾਂ ਬੋਲੀ ਦੀ ਪੂਰੀ ਇੱਜ਼ਤ ਜਿਹੜੀ ਕਿ ਉਹ ਕਰਨੀ ਚਾਹੀਦੀ ਹੈ, ਇਸ ਕਵਿਤਾ ਵਿੱਚ ਇਹ ਦੱਸਿਆ ਗਿਆ ਹੈ। ਔਰ ਜੋ ਲੋਕ ਜਿਨ੍ਹਾਂ ਦੀ ਤਾਂ ਪੰਜਾਬੀ ਮਾਂ ਬੋਲੀ ਹੈ ਉਹਨਾਂ ਨੂੰ ਤਾਂ ਸਪੈਸ਼ਲੀ ਕਰਨੀ ਚਾਹੀਦੀ ਹੈ, ਪਰ ਜਿਨ੍ਹਾਂ ਨੇ ਜਿਸ ਤਰ੍ਹਾਂ ਹਰਿਆਣਾ ਵਿੱਚ ਕਈ ਸਕੂਲਾਂ ਵਿੱਚ ਬੱਚਿਆਂ ਨੇ ਪੰਜਾਬੀ ਸਬਜੈਕਟ ਆਪਟ ਕੀਤਾ ਹੋਇਆ ਹੈ, ਆਪਸ਼ਨਲ ਸਬਜੈਕਟ ਦੇ ਵਜੋਂ ਲਿਆ ਹੈ, ਉਹਨਾਂ ਦੀ ਮਾਂ ਬੋਲੀ ਪੰਜਾਬੀ ਵੀ ਨਹੀਂ ਹੈ, ਮੈਂ ਉਹਨਾਂ ਨੂੰ ਵੀ ਇਹੀ ਕਹਾਂਗੀ ਕਿ ਅਗਰ ਤੁਸੀਂ ਇਸ ਸਬਜੈਕਟ ਨੂੰ ਲਿਆ ਹੈ, ਇਸ ਨੂੰ ਇਹ ਮਤ ਸੋਚੋ ਨਾ ਸੋਚੋ ਕਿ ਸਿਰਫ ਇੱਕ ਸਬਜੈਕਟ ਆਪਸ਼ਨ 'ਚ ਲੈ ਲਿਆ। तो अगर पंजाबी पढ़ रहे हो तो पंजाबी ਨੂੰ ਇੱਜ਼ਤ ਦਿਓ, ਪੰਜਾਬੀ ਦਾ ਸਨਮਾਨ ਕਰੋ। ਇਹ ਭਾਸ਼ਾ ਤੁਹਾਨੂੰ ਅੱਗੇ ਚੱਲ ਕੇ ਬਹੁਤ ਤਰੱਕੀ ਦੇਗੀ, ਬਹੁਤ ਕੁਝ ਜ਼ਿੰਦਗੀ 'ਚ ਨਿਆਮਤਾਂ ਦੇਗੀ, ਲੇਕਿਨ ਪੰਜਾਬੀ ਭਾਸ਼ਾ ਦੀ ਵੀ ਪੂਰੀ ਇੱਜ਼ਤ ਕਰੋ। ਹੋਰਨਾਂ ਭਾਸ਼ਾ ਨੂੰ ਵੀ ਪਿਆਰ ਔਰ ਇੱਜ਼ਤ ਦਿਓ, ਲੇਕਿਨ ਪੰਜਾਬੀ ਨੂੰ ਵੀ ਪੂਰੀ ਇੱਜ਼ਤ ਦਿਓ। ਕਿਉਂਕਿ ਅਕਸਰ ਸਕੂਲਾਂ ਵਿੱਚ ਕਈ ਸਕੂਲਾਂ ਵਿੱਚ ਦੇਖਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਸਬਜੈਕਟ 'ਤੇ ਲੈ ਲੈਂਦੇ ਨੇ ਬੱਚੇ, ਨਾ ਉਹਨਾਂ ਦੀ ਪੂਰਾ ਆਪਣੀ ਕਲਾਸ ਵਿੱਚ ਜਾਂਦੇ ਨੇ, ਨਾ ਉਸ ਨੂੰ ਪੂਰੀ ਇੱਜ਼ਤ, ਨਾ ਉਸ ਨੂੰ ਧਿਆਨ ਨਾਲ ਪੜ੍ਹਦੇ ਹਨ, ਉਸ ਨੂੰ ਸਿਰਫ ਇੱਕ ਆਪਸ਼ਨਲ ਸਬਜੈਕਟ ਵਜੋਂ ਲੈ ਲੈਂਦੇ ਹਨ। ਪਲੀਜ਼ ਇਸ ਤਰ੍ਹਾਂ ਨਾ ਕਰੋ। ਜੇ ਪੰਜਾਬੀ ਭਾਸ਼ਾ ਪੜ੍ਹ ਰਹੇ ਹੋ ਉਸ ਨੂੰ ਪੂਰੀ ਇੱਜ਼ਤ ਦਿਓ। ਸੋ ਅੱਜ ਅਸੀਂ ਇਸ ਦਾ ਅਧਿਐਨ ਕਰਾਂਗੇ। ਉਮੀਦ ਕਰ ਰਹੀ ਹਾਂ ਤੁਸੀਂ ਚੰਗੀ ਤਰ੍ਹਾਂ ਸਮਝ ਜਾਓਗੇ। ਸੋ ਹੁਣ ਅਸੀਂ ਅਧਿਐਨ ਕਰਾਂਗੇ ਕਵਿਤਾ ਮਾਣ ਪੰਜਾਬੀ ਦਾ, ਜੋ ਕਿ ਲਿਖੀ ਹੋਈ ਹੈ ਕੁਲਵੰਤ ਸਿੰਘ ਰਫੀਕ ਦੀ। ਸੋ ਪਹਿਲੇ ਪੈਰੇ ਵਿੱਚ ਕਵੀ ਕਹਿ ਰਿਹਾ ਹੈ, ਰੋਮ ਰੋਮ ਚੋ ਕਰੀਏ ਇਉਂ ਸਨਮਾਨ ਪੰਜਾਬੀ ਦਾ। ਰੋਮ ਰੋਮ ਚੋ ਕਰਨ ਤੋਂ ਭਾਵ ਹੈ, ਕਵੀ ਕਹਿ ਰਿਹਾ ਕਿ ਸਾਨੂੰ ਆਪਣੇ ਲੂੰ ਤੋਂ, ਆਪਣੇ ਸਰੀਰ ਦੇ ਇੱਕ ਸਵਾਸ ਨਾਲ ਜਾਂ ਆਪਣੇ ਪੂਰੇ ਇੱਜ਼ਤ ਦਿਲ ਦੇ ਨਾਲ ਆਪਣੇ ਪੰਜਾਬੀ ਭਾਸ਼ਾ ਦਾ ਸਾਨੂੰ ਜਿਹੜਾ ਕਿ ਸਨਮਾਨ ਕਰਨਾ ਚਾਹੀਦਾ, ਇੱਜ਼ਤ ਕਰਨੀ ਚਾਹੀਦਾ ਹੈ, ਤਾਂ ਜੋ ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਿ ਇੰਨੀ ਇੱਜ਼ਤ ਦੇਣੀ ਚਾਹੀਦੀ ਆਪਣੀ ਪੰਜਾਬੀ ਭਾਸ਼ਾ ਨੂੰ ਤਾਂ ਜੋ ਇਸ ਧਰਤੀ ਦਾ ਜਿਹੜਾ ਤਿਨਕਾ ਤਿਨਕਾ ਛੋਟਾ ਛੋਟਾ ਕਿਣਕਾ ਨਾ ਉਹ ਵੀ ਕਹਿ ਉੱਠੇ ਕਿ ਪੰਜਾਬੀ ਬੋਲੀ 'ਤੇ ਸਾਨੂੰ ਮਾਣ ਹੈਗਾ, ਕਿ ਇੰਨੀ ਵਧੀਆ ਅਤੇ ਮਿੱਠੀ ਪੰਜਾਬੀ ਹੈ। ਇਸ ਬੋਲੀ ਵਿੱਚ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਹੈ। ਕਵੀ ਕਹਿ ਰਹੇ ਕਿ ਇਸ ਬੋਲੀ ਵਿੱਚ ਮਾਂ ਦੇ ਪਿਆਰ ਵਰਗੀ ਬਖਸ਼ਿਸ਼ ਹੈ। ਜਿਸ ਤਰ੍ਹਾਂ ਮਾਂ ਦਾ ਪਿਆਰ ਸਭ ਤੋਂ ਉੱਤਮ ਦਰਜੇ ਦਾ ਪਿਆਰ ਹੁੰਦਾ ਹੈ, ਔਰ ਉਸੇ ਤਰ੍ਹਾਂ ਹੀ ਜਿਹੜੀ ਪੰਜਾਬੀ ਭਾਸ਼ਾ ਇੰਨੀ ਮਿੱਠੀ ਹੈ ਕਿ ਉਸ ਵਿੱਚੋਂ ਮਾਂ ਦੀ ਮਮਤਾ ਸਾਨੂੰ ਜਿਹੜੀ ਕਿ ਮਹਿਸੂਸ ਹੁੰਦੀ ਹੈ। ਤਪਦੇ ਹਿਰਦੇ ਠਾਰਨ ਵਾਲੀ ਜਿਵੇਂ ਕੋਈ ਬਾਰਿਸ਼ ਹੈ। ਜਿਸ ਤਰ੍ਹਾਂ ਜੂਨ ਵਿੱਚ ਜਦੋਂ ਬਹੁਤ ਗਰਮੀ ਪੈਂਦੀ ਹੈ, ਧਰਤੀ ਬਹੁਤ ਤਪੀ ਹੁੰਦੀ ਅਤੇ ਉਸ 'ਤੇ ਬਾਰਿਸ਼ ਆ ਜਾਂਦੀ ਹੈ, ਬਾਰਿਸ਼ ਉਸ ਨੂੰ ਜਿਹੜਾ ਕਿ ਠੰਡਾ ਕਰ ਦਿੰਦੀ ਹੈ। ਉਸੇ ਤਰ੍ਹਾਂ ਹੀ ਕਹਿੰਦੇ ਕਿ ਤਪਦੇ ਹਿਰਦਿਆਂ ਨੂੰ ਠਾਰਨ ਵਾਲੀ, ਠੰਡ ਬਖਸ਼ਣ ਵਾਲੀ ਇਸ ਤਰ੍ਹਾਂ ਦੀ ਪੰਜਾਬੀ ਭਾਸ਼ਾ ਹੈ, ਇੰਨੀ ਮਿੱਠੀ ਹੈ। ਰੱਬੀ ਉਸਤਤ ਵਾਂਗ ਹੈ ਗੁਣਗਾਨ ਪੰਜਾਬੀ ਦਾ। ਕਹਿੰਦਾ ਕਿ ਪੰਜਾਬੀ ਦੇ ਜਿਹੜੇ ਗੁਣਾਂ ਦਾ ਗਾਇਨ ਕਰਨਾ, ਕਿ ਕਹਿਣਾ ਕਿ ਪੰਜਾਬੀ ਭਾਸ਼ਾ ਬਹੁਤ ਵਧੀਆ ਹੈ, ਇਸ 'ਚ ਮਿਠਾਸ ਹੈ, ਇਸ 'ਚ ਮਮਤਾ ਹੈ। ਕਹਿੰਦੇ ਕਿ ਇਸ ਤਰ੍ਹਾਂ ਦੀ ਅਗਰ ਤੁਸੀਂ ਪੰਜਾਬੀ ਭਾਸ਼ਾ ਦੀ ਸਿਫਤ ਕਰੋਗੇ, ਪ੍ਰਸ਼ੰਸਾ ਕਰੋਗੇ, ਤਾਂ ਤੁਹਾਨੂੰ ਐਂ ਲੱਗੇਗਾ ਜਿਵੇਂ ਤੁਸੀਂ ਪਰਮਾਤਮਾ ਦੀ ਉਸਤਤ ਕਰਦੇ ਹੋ। ਪੰਜਾਬੀ ਭਾਸ਼ਾ ਦੀ ਉਸਤਤ ਕਰਨਾ ਕਿਤੇ ਬਰਾਬਰ ਹੈ ਪਰਮਾਤਮਾ ਦੀ ਉਸਤਤ ਕਰਨ ਬਰਾਬਰ। ਔਰ ਇੰਨੀ ਇੱਜ਼ਤ ਦੇਣੀ ਚਾਹੀਦੀ ਪੰਜਾਬੀ ਭਾਸ਼ਾ ਨੂੰ ਤਾਂ ਜੋ ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਸੋ ਦੂਸਰੇ ਪੈਰੇ ਵਿੱਚ ਫਿਰ ਕਵੀ ਕਹਿ ਰਿਹਾ ਹੈ, ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ। ਕਵੀ ਪੰਜਾਬੀ ਭਾਸ਼ਾ ਦੀ ਵਡਿਆਈ ਪ੍ਰਸ਼ੰਸਾ ਕਰਦੇ ਹੋਏ ਕਹਿੰਦਾ ਕਿ ਇਸ ਉੱਤੇ ਗੁਰੂ ਸਾਹਿਬਾਨ 10 ਸਿੱਖ ਗੁਰੂ ਜਿਹੜੇ ਹੋਏ ਹਨ, ਗੁਰੂ ਸਾਹਿਬਾਨਾਂ ਦੀ ਵੀ ਇਸ ਉੱਪਰ ਕਿਰਪਾ ਹੈ, ਤਾਂ ਕਿਉਂਕਿ ਇਹ ਗੁਰਬਾਣੀ ਵਿੱਚ ਉਸਦੀ ਸਾਥਣ ਬਣੀ ਹੈ, ਕਿਉਂਕਿ ਜਿਹੜੀ ਗੁਰਬਾਣੀ ਹੈ ਇਸੀ ਭਾਸ਼ਾ ਵਿੱਚ, ਪੰਜਾਬੀ ਭਾਸ਼ਾ ਵਿੱਚ ਹੀ ਲਿਖੀ ਗਈ ਹੈ। ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ। ਕਹਿੰਦੇ ਸੂਫੀ ਫਕੀਰ ਸ਼ੇਖ ਫਰੀਦ ਜੀ, ਬੁੱਲੇ ਸ਼ਾਹ, ਸ਼ਾਹ ਹੁਸੈਨ, ਕਹਿੰਦੇ ਇਹਨਾਂ ਨੇ ਵੀ ਆਪਣੀ ਕਾਫੀਆਂ ਵਿੱਚ ਇਸੇ ਭਾਸ਼ਾ ਦੀ ਵਰਤੋਂ ਦਾ ਜਿਹੜਾ ਕਿ ਇਸਤੇਮਾਲ ਕੀਤਾ ਹੈ, ਕਿਉਂਕਿ ਇੰਨੀ ਵਧੀਆ ਭਾਸ਼ਾ, ਇੰਨੀ ਉੱਤਮ ਦਰਜੇ ਦੀ ਭਾਸ਼ਾ, ਤਾਂ ਹੀ ਏਡੇ ਵੱਡੇ ਕਵੀਆਂ ਨੇ ਵੀ, ਇੰਨੇ ਵੱਡੇ ਗੁਰੂਆਂ ਨੇ ਵੀ ਇਸੇ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਆਪਣੀ ਬਾਣੀ ਵਿੱਚ। ਭਗਤਾਂ ਨੇ ਵੀ ਕੀਤਾ ਹੈ ਸ਼ੁਕਰਾਨ ਪੰਜਾਬੀ ਦਾ। ਕਹਿੰਦੇ ਸੰਤ ਭਗਤਾਂ ਨੇ ਵੀ ਪੰਜਾਬੀ ਬੋਲੀ ਨੂੰ ਆਪਣੀ ਰਚਨਾਵਾਂ ਵਿੱਚ ਵਰਤ ਕੇ ਇਸ ਬੋਲੀ ਦਾ ਸ਼ੁਕਰਾਨਾ ਕੀਤਾ ਹੈ ਕਿ ਇੰਨੀ ਮਿੱਠੀ ਬੋਲੀ ਹੈ, ਕਿ ਇਸ ਨੂੰ ਗੁਰੂਆਂ ਨੇ ਵਰਤਿਆ ਆਪਣੀ ਬਾਣੀ ਵਿੱਚ, ਸੂਫੀ ਕਵੀਆਂ ਨੇ ਆਪਣੀ ਕਾਫੀਆਂ ਵਿੱਚ ਇਸ ਨੂੰ ਵਰਤਿਆ, ਕਿੱਸਾਕਾਰਾਂ ਨੇ ਉਸ ਆਪਣੀ ਕਿੱਸਿਆਂ ਵਿੱਚ ਵਰਤਿਆ, ਭਗਤਾਂ ਨੇ ਵੀ ਇਸ ਨੂੰ ਆਪਣੀ ਰਚਨਾ ਵਿੱਚ ਵਰਤਿਆ, ਇਸ ਦਾ ਸ਼ੁਕਰਾਨ ਕੀਤਾ ਕਿ ਇੰਨੀ ਵਧੀਆ ਭਾਸ਼ਾ ਹੈ। ਸੋ ਸਾਨੂੰ ਇਸ ਭਾਸ਼ਾ ਦੀ ਜਿਹੜੀ ਕਿ ਇੱਜ਼ਤ ਕਰਨੀ ਚਾਹੀਦੀ ਤਾਂ ਜੋ ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਅਗਲੇ ਪੈਰੇ ਵਿੱਚ ਕਵੀ ਫਿਰ ਕਹਿ ਰਿਹਾ ਹੈ, ਪੰਜਾਬੀ ਭਾਸ਼ਾ ਦੀ ਵਡਿਆਈ ਕਰਦਾ ਹੋਇਆ ਕਹਿ ਰਿਹਾ ਕਿ ਪੰਜ ਦਰਿਆਵਾਂ ਦੀ ਲਹਿਰਾਂ ਦੀ ਇਹ ਤਾਂ ਹਾਣੀ ਹੈ। ਹਾਣੀ ਹੁੰਦੀ ਹੈ ਸਾਥਣ। ਕਹਿੰਦੇ ਕਿ ਜਿਹੜੀ ਪੰਜਾਬੀ ਭਾਸ਼ਾ ਹੈ, ਪੰਜਾਬੀ ਦੀ ਵਡਿਆਈ ਕਰਦੇ ਕਵੀ ਕਹਿ ਰਿਹਾ ਕਿ ਪੰਜਾਬ ਦੇ ਜਿਹੜੇ 5 ਦਰਿਆ ਹਨ ਉਹਨਾਂ ਦੀ ਲਹਿਰਾਂ ਦੀ ਵੀ ਇਹ ਸਾਥਣ ਹੈ, ਹਾਣੀ ਹੈ। ਤਾਂ ਹੀ ਕਿੱਸੇ ਕਾਰਾਂ ਦੀ ਇਹ ਦਿਲ ਦੀ ਰਾਣੀ ਹੈ।
कहते कि ਜਿਹੜੇ ਕਿੱਸਾਕਾਰ ਨੇ ਜਿਸ ਤਰ੍ਹਾਂ ਪੀਲੂ ਵਾਰਿਸ ਹਾਸ਼ਮ ਹੈ, ਇਹਨਾਂ ਸਾਰੇ ਕਿੱਸਾਕਾਰਾਂ ਨੇ ਵੀ ਆਪਣੇ ਕਿੱਸਿਆਂ ਵਿੱਚ ਇਸੇ ਭਾਸ਼ਾ ਪੰਜਾਬੀ ਭਾਸ਼ਾ ਦਾ ਹੀ ਬਖਾਨ ਕੀਤਾ ਹੈ। ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਕੇ ਹੀ ਆਪਣੇ ਕਿੱਸੇ ਲਿਖੇ ਹਨ। ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਨ ਪੰਜਾਬੀ ਦਾ। ਕਹਿੰਦੇ ਕਿ ਇਹ ਜਿਹੜੇ ਕਿੱਸਾਕਾਰ ਵੀ ਹੋਏ ਹਨ, ਇਹਨਾਂ ਨੇ ਵੀ ਆਪਣੇ ਕਿੱਸਿਆਂ ਵਿੱਚ ਪੰਜਾਬੀ ਭਾਸ਼ਾ ਦੀ ਇਸੇ ਲਈ ਵਰਤੋਂ ਕੀਤੀ ਕਿਉਂਕਿ ਪੰਜਾਬੀ ਭਾਸ਼ਾ ਜਿਹੜੀ ਹੈ ਬਹੁਤ ਹੀ ਵਧੀਆ ਹੈ ਅਤੇ ਸਾਨੂੰ ਵੀ ਸਾਰਿਆਂ ਨੂੰ ਮਿਲ ਕੇ ਪੰਜਾਬੀ ਭਾਸ਼ਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਫਿਰ ਅਗਲੇ ਪੈਰੇ ਵਿੱਚ ਜਿਹੜਾ ਕਵੀ ਕਹਿ ਰਿਹਾ ਹੈ ਅਫਸੋਸ ਜੋ ਇਸ ਬੋਲੀ ਤੋਂ ਰੋਟੀ ਖਾਂਦੇ ਹਨ ਉਹੀਓ ਆਪਣੇ ਘਰਾਂ 'ਚ ਇੰਗਲਿਸ਼ ਬੋਲੀ ਜਾਂਦੇ ਹਨ। ਕਵੀ ਕਹਿੰਦਾ ਕਿ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਜਿਹੜੇ ਇਸ ਬੋਲੀ ਦੇ ਸਹਾਰੇ ਆਪਣੀ ਕਮਾਈ ਕਰਕੇ ਰੋਟੀ ਖਾਂਦੇ ਹਨ, ਜਾਂ ਜਿਸ ਤਰ੍ਹਾਂ ਕਹਿ ਲਓ ਕਿ ਪੰਜਾਬੀ ਪੜ੍ਹਾਉਣ ਵਾਲਾ ਅਧਿਆਪਕ ਹੋ ਗਿਆ, ਜਾਂ ਜਿਹੜਾ ਵੀ ਇਸ ਪੰਜਾਬੀ ਵਿਸ਼ੇ ਨੂੰ ਪੰਜਾਬੀ ਭਾਸ਼ਾ ਨੂੰ ਦਾ ਇਸਤੇਮਾਲ ਕਰਕੇ ਆਪਣੀ ਕਮਾਈ ਕਰ ਰਿਹਾ, ਰੋਟੀ ਖਾ ਰਿਹਾ ਹੈ। ਅਫਸੋਸ ਹੈ ਕਿ ਉਹ ਆਪਣੇ ਘਰਾਂ ਵਿੱਚ ਹੀ ਪੰਜਾਬੀ ਭਾਸ਼ਾ ਦਾ ਨਾ ਇਸਤੇਮਾਲ ਕਰਕੇ ਆਪਣੇ ਛੱਡ ਕੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨੂੰ ਛੱਡ ਕੇ ਅੰਗਰੇਜ਼ੀ ਬੋਲਣਾ ਸਿਖਾਉਂਦੇ ਹਨ, ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਂਦੇ ਹਨ। ਅੰਗਰੇਜ਼ੀ ਸਿੱਖਣੀ ਜ਼ਰੂਰੀ ਹੈ, ਸਿੱਖਣੀ ਵੀ ਚਾਹੀਦੀ, ਹੋਰ ਭਾਸ਼ਾ ਵੀ ਸਿੱਖਣੀਆਂ ਚਾਹੀਦੀਆਂ ਹਨ, ਇਹ ਠੀਕ ਹੈ, ਲੇਕਿਨ ਆਪਣੀ ਮਾਂ ਬੋਲੀ ਆਪਣੀ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ। ਜਿਸ ਭਾਸ਼ਾ ਤੋਂ ਤੁਸੀਂ ਖਾ ਰਹੇ ਹੋ, ਰੋਟੀ ਕਮਾ ਰਹੇ ਹੋ, ਉਸ ਭਾਸ਼ਾ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਹੋਰ ਭਾਸ਼ਾ ਦਾ ਵੀ ਭਾਸ਼ਾਵਾਂ ਦੀ ਇੱਜ਼ਤ ਕਰੋ, ਸਿੱਖੋ, ਪਰ ਇਸ ਨੂੰ ਨਾ ਭੁੱਲੋ। ਨਾ ਸ਼ੁਕਰੇ ਜੋ ਨਹੀਂ ਮੰਨਦੇ ਅਹਿਸਾਨ ਪੰਜਾਬੀ ਦਾ। ਕਹਿੰਦੇ ਉਹ ਲੋਕ ਨਾ ਸ਼ੁਕਰ ਹਨ, ਅਹਿਸਾਨ ਨਹੀਂ ਮੰਨਦੇ ਪੰਜਾਬੀ ਦਾ ਕਿ ਅਸੀਂ ਦਿੱਤੀ ਰੋਟੀ ਖਾ ਰਹੇ ਹਾਂ, ਪਰ ਉਹ ਆਪਣੇ ਘਰਾਂ 'ਚ ਪੰਜਾਬੀ ਭਾਸ਼ਾ ਦਾ ਇਸਤੇਮਾਲ ਨਾ ਕਰਕੇ ਹੋਰ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਕਿ ਉਹ ਪੰਜਾਬੀ ਨੂੰ ਇੱਜ਼ਤ ਨਹੀਂ ਦੇ ਰਹੇ। ਅਗਲੇ ਪੈਰੇ 'ਚ ਕਵੀ ਕਹਿ ਰਿਹਾ ਹੈ ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ। ਕਹਿ ਰਿਹਾ ਕਿ ਪੰਜਾਬੀ ਬੋਲੀ ਨੂੰ ਪੰਜਾਬ ਦੇ ਹੀ ਦਫ਼ਤਰਾਂ ਵਿੱਚ ਪੂਰੀ ਇੱਜ਼ਤ ਜਿਹੜੀ ਹੈ ਨਹੀਂ ਮਿਲਦੀ ਹੈ। ਇਸ ਰਾਣੀ ਨੂੰ ਆਪਣੇ ਘਰ ਵਿੱਚ ਹੀ ਜ਼ਿੱਲਤ ਮਿਲਦੀ ਹੈ। ਕਿਤੇ ਇਹ ਤਾਂ ਪੰਜਾਬੀ ਦੀ ਰਾਣੀ ਹੈ, ਪਰ ਇਸ ਦੀ ਆਪਣੇ ਘਰ ਵਿੱਚ ਹੀ, ਯਾਨੀ ਕਿ ਆਪਣੇ ਘਰ ਕਹਿਣ ਦਾ ਪੰਜਾਬੀ ਭਾਸ਼ਾ ਦਾ ਆਪਣਾ ਘਰ ਕਿਹੜਾ ਹੈ? ਪੰਜਾਬ। ਕਹਿੰਦੇ ਕਿ ਇਸ ਨੂੰ ਆਪਣੇ ਘਰ ਵਿੱਚ ਹੀ ਬੇਕਦਰੀ ਹੁੰਦੀ ਹੈ, ਇਸ ਦੀ ਇੱਜ਼ਤ ਪੂਰੀ ਨਹੀਂ ਮਿਲਦੀ। ਕਦ ਕੁਰਸੀ 'ਚੋਂ ਗੂੰਜੇਗਾ ਫੁਰਮਾਨ ਪੰਜਾਬੀ ਦਾ। ਕਹਿੰਦੇ ਕਿ ਕੋਈ ਤਾਂ ਕਦੀ ਤੇ ਵੇਲਾ ਆਏਗਾ, ਕੋਈ ਤਾਂ ਐਸੀ ਸਰਕਾਰ ਆਏਗੀ ਜੋ ਕਹੇਗੀ ਕਿ ਦਫ਼ਤਰਾਂ ਵਿੱਚ ਹਰ ਕੁਰਸੀ ਤੋਂ ਪੰਜਾਬੀ ਭਾਸ਼ਾ ਵਿੱਚ ਹੀ ਸਾਰੇ ਚਿੱਠੀ ਪੱਤਰ ਪੰਜਾਬੀ ਭਾਸ਼ਾ ਵਿੱਚ ਹੀ ਜਾਣ, ਪੰਜਾਬੀ ਦੀ ਹੀ ਇੱਜ਼ਤ ਹੋਏ, ਹਰ ਜਗ੍ਹਾ ਪੰਜਾਬੀ ਨੂੰ ਪੂਰੀ ਇੱਜ਼ਤ ਮਿਲੇ। ਕਹਿੰਦੇ ਕਦੋਂ ਇਸ ਤਰ੍ਹਾਂ ਦਾ ਕੋਈ ਐਲਾਨ ਜਿਹੜਾ ਕਿ ਉਹ ਹੋਏਗਾ। ਅਗਲੇ ਪੈਰੇ ਵਿੱਚ ਫਿਰ ਕਵੀ ਕਹਿ ਰਿਹਾ ਹੈ ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਨ। ਕਵੀ ਇਸ ਪੈਰੇ ਵਿੱਚ ਪੰਜਾਬੀ ਭਾਸ਼ਾ ਦਾ ਜਿਹੜਾ ਨਿਰਾਦਰ ਹੋ ਰਿਹਾ ਹੈ, ਜਿਹੜੀ ਇੱਜ਼ਤ ਪੂਰੀ ਨਹੀਂ ਮਿਲਦੀ, ਉਸ ਨੂੰ ਧਿਆਨ ਵਿੱਚ ਰੱਖ ਕੇ ਕਹਿ ਰਿਹਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਕੇ ਬੇਗਾਨੀ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਸ ਨੂੰ ਜ਼ਿਆਦਾ ਪਿਆਰ ਕਰਦੇ ਹਾਂ। ਸਟੇਟਸ ਸਮਝਦੇ ਹਾਂ ਕਿ ਅੰਗਰੇਜ਼ੀ 'ਚ ਗੱਲ ਕਰਨਾ, ਔਰ ਪੰਜਾਬੀ 'ਚ ਜਿਹੜਾ ਗੱਲ ਕਰਦਾ ਉਸ ਨੂੰ ਥੋੜ੍ਹਾ ਜਿਹਾ ਪੁਰਾਣਾ ਜਾਂ ਪੇਂਡੂ ਜਾਂ ਦਿਹਾਤੀ ਉਹਨੂੰ ਸਮਝ ਲੈਂਦੇ ਹਨ। ਹਿੰਦੀ ਮਾਸੀ ਨੂੰ ਵੀ ਚੁੱਕ ਕੇ ਸੀਸ ਨਿਵਾਉਂਦੇ ਹਾਂ। ਕਹਿੰਦੇ ਜਿਹੜੀ ਹਿੰਦੀ ਭਾਸ਼ਾ ਹੈ ਉਹ ਸਾਡੀ ਮਾਸੀ ਸਮਾਨ ਹੈ, ਅਸੀਂ ਉਸ ਨੂੰ ਵੀ ਚੁੱਕ ਕੇ ਸਿਰ ਨਿਵਾਉਂਦੇ ਹਾਂ। ਪੰਜਾਬ ਦੇ ਬਹੁਤ ਘਰਾਂ 'ਚ ਇਸ ਤਰ੍ਹਾਂ ਦਾ ਵੇਖਿਆ ਜਾਂਦਾ ਹੈ ਕਿ ਪੰਜਾਬ 'ਚ ਰਹਿੰਦੇ ਨੇ, ਪੰਜਾਬੀ ਭਾਸ਼ਾ ਦਾ ਕਹਿੰਦੇ, ਲੇਕਿਨ ਘਰਾਂ ਵਿੱਚ ਅੰਗਰੇਜ਼ੀ ਔਰ ਹਿੰਦੀ ਜ਼ਿਆਦਾ ਬੋਲਦੇ ਹਨ। ਮਾਂ ਰੁੱਲਦੀ ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ। ਕਹਿੰਦੇ ਦੇਖੋ ਮਾਂ ਬੋਲੀ ਜਿਹੜੀ ਪੰਜਾਬੀ ਰੁੱਲ ਰਹੀ ਹੈ, ਪਰੰਤੂ ਇਸ ਦੇ ਪੁੱਤਰ, ਇਸ ਦੇ ਜਿਹੜੇ ਬੱਚੇ ਨੇ ਉਹ ਇਸ ਦੀ ਪਰਵਾਹ ਜਿਹੜੀ ਕਿ ਨਹੀਂ ਕਰ ਰਹੇ, ਜੋ ਕਿ ਗਲਤ ਹੈ। ਅਗਲੇ ਪੈਰੇ 'ਚ ਕਵੀ ਕਹਿ ਰਿਹਾ ਘਰ ਤੇ ਮਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ। ਤੁਹਾਡੇ ਘਰ ਵਿੱਚ ਜਿੰਨੇ ਵੀ ਕਮਰੇ ਹੋਣ, ਪਰ ਸਭ ਤੋਂ ਵੱਧ ਰੌਣਕ ਕਿੱਥੇ ਹੁੰਦੀ? ਜਿੱਥੇ ਮਾਂ ਬੈਠੀ ਹੋਵੇ, ਤੁਹਾਡੀ ਆਪਣੀ ਮਾਂ। ਸਭ ਤੋਂ ਜ਼ਿਆਦਾ ਪਿਆਰ ਬੱਚੇ ਮਾਂ ਨਾਲ ਕਰਦੇ ਹਨ। ਅਤੇ ਕਹਿੰਦੇ ਕਿ ਇਸੇ ਤਰ੍ਹਾਂ ਜਿਹੜੀ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ, ਅਤੇ ਕਹਿੰਦੇ ਕਿ ਮਾਂ ਦੇ ਨਾਲ ਹੀ ਜਿਵੇਂ ਘਰ ਸੋਹਣਾ ਲੱਗਦਾ ਹੈ, ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ। ਕਿ ਜੇਕਰ ਘਰ ਵਿੱਚ ਮਾਂ ਦੇ ਨਾਲ ਮਾਸੀ ਵੀ ਹੋਵੇ, ਯਾਨੀ ਕਿ ਅਰਥਾਤ ਪੰਜਾਬੀ ਭਾਸ਼ਾ ਨੂੰ ਮਾਂ ਮੰਨ ਕੇ ਨਾਲ ਤੁਸੀਂ ਹਿੰਦੀ ਨਾਲ ਵੀ ਰਿਸ਼ਤਾ ਰੱਖ ਲਿਆ ਜਾਏ ਤਾਂ ਹੋਰ ਵੀ ਸੋਹਣਾ ਲੱਗਦਾ, ਪਰ ਮਾਸੀ ਦੀ ਥਾਂ ਮਾਂ ਨਹੀਂ ਲੈ ਸਕਦੀ ਵੀ, ਇਸ ਲਈ ਮਾਂ ਨੂੰ ਤੇ ਮਾਂ ਵਾਲੀ ਇੱਜ਼ਤ ਔਰ ਪਿਆਰ ਦੇਣੀ ਜ਼ਰੂਰੀ ਹੈ। ਸ਼ਾਲਾ ਵਸਦਾ ਰਵੇ ਹਮੇਸ਼ਾ ਜਹਾਨ ਪੰਜਾਬੀ ਦਾ। ਫਿਰ ਅੱਗੇ ਕਵੀ ਕਹਿ ਰਿਹਾ ਹੈ ਕਿ ਸਾਨੂੰ ਸਭ ਨੂੰ ਇਹੀ ਇੱਛਾ ਕਰਨੀ ਚਾਹੀਦੀ ਹੈ ਕਿ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਦੀ ਦੁਨੀਆ ਸਦਾ ਕਾਇਮ ਰਹੇ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੱਧਦੀ ਰਹੇ, ਪੰਜਾਬੀ ਭਾਸ਼ਾ ਨੂੰ ਇੱਜ਼ਤ ਦੇਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਵੱਧਦੀ ਰਹੇ। ਫਿਰ ਅਗਲੇ ਪੈਰੇ 'ਚ ਕਹਿ ਰਿਹਾ ਹੈ ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ। ਕਵੀ ਕਹਿ ਰਿਹਾ ਕਿ ਸਾਰੀ ਦੁਨੀਆ ਵਿੱਚ ਪੰਜਾਬੀ ਬੋਲੀ ਦੀ ਖੁਸ਼ਬੂ ਫੈਲ ਰਹੀ ਹੈ। ਬੜੀ ਸਾਫ਼ ਸੁਥਰੀ, ਸੋਹਣੀ, ਮਿੱਠੀ ਭਾਸ਼ਾ ਹੈ, ਇਸ ਨੂੰ ਸਭ ਲੋਕ ਇਸਤੇਮਾਲ ਕਰਦੇ ਹਨ। ਬਾਹਰਲੇ ਮੁਲਕਾਂ ਵਿੱਚ, ਕੈਨੇਡਾ, ਅਮਰੀਕਾ ਵਿੱਚ ਵੀ ਜਿਹੜੀ ਕਿ ਪੰਜਾਬੀ ਭਾਸ਼ਾ ਬਹੁਤ ਬੋਲੀ ਜਾਂਦੀ ਹੈ, ਪਸੰਦ ਕੀਤੀ ਜਾਂਦੀ ਹੈ। ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨਾ ਮੈਲੀ ਹੈ। ਕਹਿੰਦੇ ਕਿ ਜਿਹੜੀ ਪੰਜਾਬੀ ਭਾਸ਼ਾ ਬੜੀ ਸਾਫ਼ ਸੁਥਰੀ ਹੈ, ਮਿੱਠੀ ਹੈ, ਕਿਸੇ ਪਾਸਿਓਂ ਵੀ ਜ਼ਰਾ ਵੀ ਮੈਲੀ ਨਹੀਂ ਹੈ।
ਪਦਮ ਸ਼੍ਰੀ ਪਾਤਰ ਹੈ ਕਵੀ ਮਾਨ ਪੰਜਾਬੀ ਦਾ। ਕਹਿੰਦੇ ਕਿ ਪਦਮ ਸ਼੍ਰੀ ਜਿਹੜਾ ਪੁਰਸਕਾਰ ਸਨਮਾਨ ਕੀਤਾ ਹੋਇਆ ਹੈ ਪੰਜਾਬੀ ਦੇ ਕਵੀ ਜਿਨ੍ਹਾਂ ਦਾ ਨਾਮ ਹੈ ਸੁਰਜੀਤ ਪਾਤਰ ਜੀ, ਇਸ ਦੇ ਮਹਾਨ ਕਵੀ ਹਨ। ਸਾਨੂੰ ਇਸ ਉੱਤੇ ਮਾਣ ਕਰਨਾ ਚਾਹੀਦਾ ਹੈ ਕਿ ਸੁਰਜੀਤ ਪਾਤਰ ਵਰਗੇ ਜਿਹੜੇ ਕਵੀ ਹਨ ਉਹਨਾਂ ਨੇ ਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਤਾਂ ਉਹਨਾਂ ਨੂੰ ਪਦਮ ਸ਼੍ਰੀ ਜਿਹੜਾ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ। ਸੋ ਸਾਨੂੰ ਵੀ ਸਾਰਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਤੁਸੀਂ ਪੰਜਾਬ ਵਾਲੇ ਤਾਂ ਚਲੋ ਕਰਨਗੇ, ਜਿਸ ਤਰ੍ਹਾਂ ਹੁਣ ਹਰਿਆਣਾ ਵਿੱਚ ਹੈ ਕਈ ਬੱਚੇ ਨੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਆਪਸ਼ਨਲ ਸਬਜੈਕਟ ਵੀ ਲਿਆ ਹੋਇਆ ਹੈ, ਅਤੇ ਉਹਨਾਂ ਨੂੰ ਵੀ ਇਹੀ ਕਹਾਂਗੇ ਅਗਰ ਤੁਸੀਂ ਪੰਜਾਬੀ ਨੂੰ ਪੜ੍ਹ ਰਹੇ ਹੋ ਤਾਂ ਪੰਜਾਬੀ ਨੂੰ ਪੂਰੀ ਇੱਜ਼ਤ ਦਿਓ ਵੀ। ਇਹ ਨਾ ਸਮਝੋ ਕਿ ਪੰਜਾਬੀ ਸਿਰਫ ਇੱਕ ਆਪਸ਼ਨਲ ਸਬਜੈਕਟ ਲੈ ਲਿਆ ਅਤੇ ਬਸ ਕੋਈ ਗੱਲ ਹੀ ਨਹੀਂ ਹੈ, ਪਰ ਉਸ ਨੂੰ ਪੂਰੀ ਇੱਜ਼ਤ ਦਿਓ। ਤੁਹਾਨੂੰ ਇਹ ਭਾਸ਼ਾ ਬਹੁਤ ਚੱਲ ਕੇ ਅੱਗੇ ਚੱਲ ਕੇ ਤੁਹਾਡੇ ਬਹੁਤ ਕੰਮ ਆਏਗੀ ਔਰ ਤੁਹਾਨੂੰ ਬਹੁਤ ਕੁਝ ਜ਼ਿੰਦਗੀ ਵਿੱਚ ਦੇਵੇਗੀ ਜ਼ਰੂਰ। ਅਗਲੇ ਪੈਰੇ ਵਿੱਚ ਕਵੀ ਕਹਿ ਰਿਹਾ ਕਿ ਹਰ ਇੱਕ ਸੁੱਖ ਪੰਜਾਬ ਦੀ ਧਰਤੀ 'ਤੇ ਜੋ ਪਾਉਂਦੇ ਨੇ। ਕਿ ਕਵੀ ਕਹਿ ਰਹੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜੇ ਲੋਕ ਪੰਜਾਬ ਦੀ ਧਰਤੀ 'ਤੇ ਰਹਿ ਕੇ ਪੰਜਾਬੀ ਭਾਸ਼ਾ ਬੋਲ ਕੇ ਪੰਜਾਬੀ ਭਾਸ਼ਾ ਦੀ ਮਾਂ ਬੋਲੀ ਉਹਨਾਂ ਦੀ ਹੋ ਕੇ ਹਰ ਤਰ੍ਹਾਂ ਦਾ ਸੁੱਖ ਜਿਹੜਾ ਪੰਜਾਬ ਵਿੱਚ ਪਾ ਰਹੇ ਹਨ, ਮਾਂ ਬੋਲੀ ਲਿਖਾਉਣ ਵਾਲੇ ਕਿਉਂ ਘਬਰਾਉਂਦੇ ਨੇ? ਕਿ ਉਸ ਨਾਲ ਉਹਨਾਂ ਨੂੰ ਜਦੋਂ ਕਿਤੇ ਲਿਖਾਉਣਾ ਪੈਂਦਾ ਕਿ ਉਹਨਾਂ ਦੀ ਲਿਖਣਾ ਪੈਂਦਾ ਕਿ ਉਹਨਾਂ ਦੀ ਮਾਂ ਬੋਲੀ ਕਿਹੜੀ, ਤਾਂ ਉਹਨਾਂ ਨੂੰ ਘਬਰਾਹਟ ਕਿਉਂ ਹੁੰਦੀ ਹੈ? ਉਹ ਪੰਜਾਬੀ ਨੂੰ ਮਾਂ ਬੋਲੀ ਆਪਣੀ ਕਿਉਂ ਨਹੀਂ ਲਿਖਾਉਂਦੇ? ਕਿਉਂ ਹਿੰਦੀ, ਅੰਗਰੇਜ਼ੀ ਜਾਂ ਕੋਈ ਹੋਰ ਲਿਖਾਉਂਦੇ ਹਨ? ਸਭ ਤੋਂ ਵੱਡਾ ਕਰ ਰਹੇ ਨੁਕਸਾਨ ਪੰਜਾਬੀ ਦਾ। ਕਹਿੰਦੇ ਇਹੋ ਅਜਿਹੇ ਲੋਕ ਸਭ ਤੋਂ ਵੱਡਾ ਪੰਜਾਬੀ ਬੋਲੀ ਦਾ, ਪੰਜਾਬੀ ਭਾਸ਼ਾ ਦਾ ਜਿਹੜਾ ਕਿ ਨੁਕਸਾਨ ਕਰ ਰਹੇ ਹਨ। ਨਹੀਂ ਕਰਨਾ ਚਾਹੀਦਾ। ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ। ਕਹਿੰਦੇ ਇਹ ਕਵੀ ਕਹਿ ਰਿਹਾ ਕਿ ਸਾਰੀ ਦੁਨੀਆ ਵਿੱਚ ਪੰਜਾਬੀ ਭਾਸ਼ਾ ਦੀ ਬਹੁਤ ਪ੍ਰਸਿੱਧੀ, ਧਾਕ ਮਤਲਬ ਬਹੁਤ ਪ੍ਰਸਿੱਧੀ ਹੈ। ਕਿਉਂਕਿ ਵੇਖੋ ਨਾ ਬਾਲੀਵੁੱਡ ਫਿਲਮਾਂ ਬਣਦੀਆਂ ਹਨ ਤਾਂ ਹਰ ਫਿਲਮ ਵਿੱਚ ਲਗਭਗ ਪੰਜਾਬੀ ਗਾਣਾ ਜ਼ਰੂਰ ਮੰਨਿਆ ਜਾਂਦਾ ਹੈ। ਹੁਣ ਤਾਂ ਪੰਜਾਬੀ ਗਾਣੇ ਅਤੇ ਹੋਰ ਸਟੇਟਸ ਦੇ ਲੋਕ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਸਮਝ ਵੀ ਨਹੀਂ ਆਉਂਦੀ ਉਹ ਵੀ ਇਸ 'ਤੇ ਜਿਹੜਾ ਕਿ ਡਾਂਸ ਜਾਂ ਨਾਚ ਕਰ ਲੈਂਦੇ ਹਨ। ਅਤੇ ਯਾਨੀ ਕਿ ਪੂਰੀ ਦੁਨੀਆ ਵਿੱਚ ਪੰਜਾਬੀ ਭਾਸ਼ਾ ਦੀ ਧਾਕ ਹੈ, ਪੂਰੀ ਬਹੁਤ ਪ੍ਰਸਿੱਧ ਹੈ। ਲੇਕਿਨ ਲੱਚਰ ਗੀਤਾ ਕੀਤੀ ਮੈਲੀ ਸਾਖ ਪੰਜਾਬੀ ਦੀ। ਲੱਚਰ ਯਾਨੀ ਕਿ ਅਸ਼ਲੀਲ ਜਾਂ ਗੰਦੇ ਕੁਝ ਗਾਣੇ ਕਈ ਆ ਜਾਂਦੇ ਹਨ ਜਿਨ੍ਹਾਂ ਕਰਕੇ ਜਿਹੜੀ ਇਸ ਦੀ ਜਿਹੜੀ ਇੰਨੀ ਸ਼ੋਹਰਤ ਫੈਲੀ ਹੈ ਉਸ ਵਿੱਚ ਥੋੜ੍ਹੀ ਜਿਹੀ ਮੈਲ ਜਿਹੜੀ ਕਿ ਆ ਜਾਂਦੀ ਹੈ। ਕੁਝ ਲੋਕ ਇਸ ਕਰਕੇ ਇਸ ਭਾਸ਼ਾ ਨੂੰ ਥੋੜ੍ਹਾ ਜਿਹਾ ਜਿਹੜਾ ਕਿ ਅਵੋਇਡ ਜਾਂ ਪਸੰਦ ਨਹੀਂ ਕਰਦੇ। ਸੋ ਸਾਨੂੰ ਕੀ ਕਰਨਾ ਚਾਹੀਦਾ ਹੈ? ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ। ਗਾਇਕਾਂ ਨੂੰ ਚਾਹੀਦਾ ਕਿ ਪੰਜਾਬੀ ਵਿੱਚ ਚੰਗੇ ਤੋਂ ਚੰਗੇ, ਵਧੀਆ ਤੋਂ ਵਧੀਆ ਜਿਹੜੇ ਕਿ ਗਾਣੇ ਲਿਖਣ, ਪੰਜਾਬੀ ਦਾ ਮਾਨ ਸਨਮਾਨ ਵਧਣ। ਹਾਲਾਂਕਿ ਬਹੁਤ ਹੀ ਵਧੀਆ ਸਾਡੇ ਕੋਲ ਜਿਹੜੇ ਲੇਖਕ ਹੈ ਔਰ ਗੀਤਕਾਰ ਜਿਹੜੇ ਕਿ ਗਾਇਕ ਹੈ ਨੇ ਜਿਹੜੇ ਬਹੁਤ ਵਧੀਆ ਗੀਤ ਗਾ ਵੀ ਰਹੇ ਹਨ, ਪਰ ਕੁਝ ਇੱਕ ਜਿਹੜੇ ਕਿ ਗੀਤ ਇੰਝ ਦੇ ਆ ਜਾਂਦੇ ਹਨ ਜਿਹੜੇ ਇਸ ਭਾਸ਼ਾ ਉੱਤੇ ਇੱਕ ਮੈਲ ਲਗਾ ਦਿੰਦੇ ਹਨ, ਉਹ ਨਹੀਂ ਹੋਣੀ ਚਾਹੀਦੀ। ਆਖਰੀ ਪੈਰੇ ਵਿੱਚ ਕਵੀ ਕਹਿ ਰਿਹਾ ਹੈ ਮੈਨੂੰ ਇਸਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ। ਕਵੀ ਕਹਿ ਰਿਹਾ ਕਿ ਪੰਜਾਬੀ ਬੋਲੀ ਵਿੱਚ, ਪੰਜਾਬੀ ਭਾਸ਼ਾ ਵਿੱਚ ਜਦੋਂ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਜੀਵਨ ਮੇਰੇ ਨੇ ਸੱਚਮੁੱਚ ਲਈ ਅੰਗੜਾਈ ਸੀ। ਕਹਿੰਦਾ ਕਿ ਸੱਚੀ ਮੁੱਚੀ ਜਦੋਂ ਮੈਂ ਪੰਜਾਬੀ ਭਾਸ਼ਾ ਵਿੱਚ ਲਿਖਣਾ ਸ਼ੁਰੂ ਕੀਤਾ, ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਤਾਂ ਮੇਰੇ ਜੀਵਨ ਨੇ ਸੱਚਮੁੱਚ ਹੀ ਇੱਕ ਨਵੀਂ ਰਾਹ 'ਤੇ ਤੁਰ ਪਈ ਸੀ। ਮੇਰੇ ਜੀਵਨ ਵਿੱਚ ਇੱਕ ਨਵਾਂ ਜਿਹੜਾ ਕਿ ਚਾਅ ਆ ਗਿਆ ਸੀ, ਨਵੀਂ ਖੁਸ਼ੀ ਆ ਗਈ ਸੀ। ਹੋਂਦ ਰਫੀਕ ਦੀ ਮਾਨੋ ਹੈ ਵਰਦਾਨ ਪੰਜਾਬੀ ਦੀ। ਕਵੀ ਕਹਿ ਰਿਹਾ ਜਿਹੜਾ ਜਿਸ ਦਾ ਕਿ ਨਾਮ ਹੈ ਕੁਲਵੰਤ ਸਿੰਘ ਰਫੀਕ, ਉਹ ਕਹਿ ਰਿਹਾ ਕਿ ਕਵੀ ਕਹਿ ਰਿਹਾ ਕਿ ਉਹ ਸਮਝਦਾ ਹੈ, ਕਵੀ ਸਮਝ ਰਿਹਾ ਹੈ ਕਿ ਉਸ ਦੀ ਜਿਹੜੀ ਹੋਂਦ ਹੀ ਹੈ ਨਾ ਪੰਜਾਬੀ ਬੋਲੀ ਦੀ ਵਰਦਾਨ ਹੈ। ਕਿਉਂਕਿ ਕਹਿੰਦਾ ਉਂਝ ਮੈਨੂੰ ਕੌਣ ਜਾਣਦਾ, ਕਿਉਂਕਿ ਮੈਂ ਪੰਜਾਬੀ 'ਚ ਕਵਿਤਾਵਾਂ ਲਿਖੀਆਂ ਇਸੇ ਲਈ ਤਾਂ ਮੈਨੂੰ ਲੋਕ ਜਾਣਦੇ ਹਨ ਕਿ ਕੋਈ ਕਵੀ ਹੈ ਕੁਲਵੰਤ ਸਿੰਘ ਰਫੀਕ। ਸੋ ਕਹਿ ਰਿਹਾ ਕਿ ਮੇਰੀ ਹੋਂਦ ਹੀ ਪੰਜਾਬੀ ਜਿਹੜੀ ਕਿ ਭਾਸ਼ਾ ਹੈ। ਸੋ ਇਹ ਸੀ ਕਵਿਤਾ ਪਾਣ ਪੰਜਾਬੀ ਦੀ ਕੁਲਵੰਤ ਸਿੰਘ ਰਫੀਕ ਜੀ ਦੀ ਲਿਖੀ ਹੋਈ। ਉਮੀਦ ਕਰ ਰਹੀ ਹਾਂ ਸਭ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਪਰ ਜੇ ਕੋਈ ਚੀਜ਼ ਰਹਿ ਗਈ, ਨਹੀਂ ਸਮਝ ਆਈ, ਉਸਨੂੰ ਕਮੈਂਟ ਬਾਕਸ ਵਿੱਚ ਲਿਖ ਦਿਓ, ਦੁਬਾਰਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਪਰ ਪਲੀਜ਼ ਬੇਤੁਕੇ ਕਮੈਂਟ ਨਾ ਕਰਿਆ ਕਰੋ। ਕੋਈ ਤੁਹਾਨੂੰ ਸਬਜੈਕਟ ਨਾਲ ਜਾਂ ਕਵਿਤਾ ਕਹਾਣੀ ਨਾਲ ਸੰਬੰਧਿਤ ਹੈ ਉਹੀ ਚੀਜ਼ ਪੁੱਛਿਆ ਕਰੋ, ਫਾਲਤੂ ਦੇ ਕਮੈਂਟ ਨਾ ਕਰਿਆ ਕਰੋ। ਜਿਸ ਨੂੰ ਚੰਗੀ ਲੱਗਦੀ ਵੀਡੀਓ ਦੇਖੋ, ਜਿਸ ਨੂੰ ਨਹੀਂ ਚੰਗੀ ਲੱਗ ਰਹੀ ਬੇਸ਼ੱਕ ਨਾ ਦੇਖੋ। ਔਰ ਤੁਹਾਡੇ ਜਿਹੜੇ ਕਿ ਫਾਈਨਲ ਪੇਪਰ ਨੇ ਉਹ ਵੀ ਨਜ਼ਦੀਕ ਆ ਰਹੇ ਹਨ, ਸੋ ਉਹਨਾਂ ਵੱਲ ਧਿਆਨ ਦਿਓ ਔਰ ਆਪਣੀ ਤਿਆਰੀ ਕਰੋ। ਧੰਨਵਾਦ।